किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਨਾਲ ਐਨਟੀਟੀ 8393 ਦੇ ਜੌਬ ਦੇ ਲਈ ਜੋ ਪ੍ਰੈਪਰੇਸ਼ਨ ਚੱਲ ਰਹੀ ਆ ਉਸ ਬੈਚ ਦੇ ਵਿੱਚ ਜੁੜੇ ਹੋਏ ਹੋ। ਤੁਹਾਡਾ ਪੇਪਰ ਆ ਚੁੱਕਿਆ 27 ਤਰੀਕ ਨੂੰ, ਤਾਂ ਬਹੁਤ ਥੋੜੇ ਦਿਨ ਨੇ ਪ੍ਰੈਪਰੇਸ਼ਨ ਕਰਨ ਦੇ ਲਈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਊਗਾ ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਆ ਕਿ ਸਾਡਾ ਇੱਕ ਬੈਚ ਚੱਲ ਰਿਹਾ ਹੈ ਪੇਡ ਕੋਰਸ 1200 ਰੁਪਏ ਵਿੱਚ, ਜਿਹਦੇ ਵਿੱਚ ਤੁਹਾਨੂੰ 25 ਦਿਨਾਂ ਦੇ ਵਿੱਚ ਹੀ ਮਤਲਬ ਤੁਹਾਡੇ ਪੇਪਰ ਤੋਂ ਪਹਿਲਾਂ ਹੀ ਪੂਰਾ ਸਿਲੇਬਸ ਜਿਹੜਾ ਡੀ ਤੇ ਐਫ ਪਾਰਟ ਦਾ ਕੰਪਲੀਟ ਕਰਾ ਦਿੱਤਾ ਜਾਊਗਾ। ਜਿਹੜੇ ਬੱਚੇ ਇੰਟਰਸਟਡ ਨੇ ਉਹਨੂੰ ਜੁਆਇਨ ਕਰ ਸਕਦੇ ਆ, ਕਿਉਂਕਿ ਰਿਕਾਰਡਡ ਕਲਾਸਿਸ ਨੇ। ਬੇਸ਼ੱਕ ਬੈਚ 1 ਤਰੀਕ ਤੋਂ ਸਟਾਰਟ ਹੋਇਆ, ਪਰ ਜਿਹੜੇ ਬੱਚੇ ਹੁਣ ਵੀ ਜੁਆਇਨ ਕਰਨਗੇ ਉਹਨਾਂ ਨੂੰ ਰਿਕਾਰਡਡ ਕਲਾਸਿਸ ਉਹ ਚ ਰਿਸੀਵ ਹੋਣਗੀਆਂ। ਤੁਸੀਂ ਆਪਦਾ ਜਿਹੜਾ ਪਿਛਲਾ ਸਿਲੇਬਸ ਹੈਗਾ ਉਹਨੂੰ ਕਵਰ ਕਰ ਸਕਦੇ ਹੋ ਇਹਨਾਂ 20-25 ਦਿਨਾਂ ਦੇ ਵਿੱਚ। ਤਾਂ ਅਸੀਂ ਸਟਾਰਟ ਕਰਦੇ ਹਾਂ। ਸਾਡਾ ਟੌਪਿਕ ਹੋ ਚੁੱਕਿਆ ਸੀਗਾ ਲਰਨਿੰਗ MCQs। ਤਾਂ ਸਾਡਾ ਇਹ 'ਚ ਜਿਹੜਾ ਫਸਟ ਲਰਨਿੰਗ ਵਾਲਾ ਟੌਪਿਕ ਹੋ ਚੁੱਕਿਆ ਸੀ, ਇਸ ਕਰਕੇ ਅਸੀਂ ਲਰਨਿੰਗ MCQ ਸਟਾਰਟ ਕਰ ਰਹੇ ਹਾਂ। ਸਾਡੇ ਕੋਲ ਜੋ ਪਹਿਲਾ MCQ ਹੈ ਉਹ ਹੈ ਗੇਟਸ ਅਨੁਸਾਰ ਡੈਸ਼ ਅਨੁਪਮਾ ਦੁਆਰਾ ਵਿਵਹਾਰ ਦੀ ਸੋਧ ਹੈ। ਦੇਖੋ, ਗੇਟਸ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਲਰਨਿੰਗ ਦੇ ਬਾਰੇ ਚ ਸਭ ਤੋਂ ਜ਼ਿਆਦਾ ਸਹੀ ਮੰਨੀ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਐਗਜ਼ਾਮੀਨੇਸ਼ਨ ਪਰਸਪੈਕਟਿਵ ਤੋਂ। ਤਾਂ ਗੇਟਸ ਨੇ ਕੀ ਆਖਿਆ ਸੀਗਾ ਕਿ ਡੈਸ਼ ਇਜ਼ ਮੋਡੀਫਿਕੇਸ਼ਨ ਆਫ ਬਿਹੇਵੀਅਰ ਥਰੂ ਐਕਸਪੀਰੀਐਂਸਿਸ। ਤਾਂ ਇਹਦਾ ਆਨਸਰ ਕੀ ਹੈਗਾ ਜੀ? ਲਰਨਿੰਗ। ਤਾਂ ਸਿੰਪਲ ਗੇਟਸ ਦੀ ਇਹ ਕੋਟੇਸ਼ਨ ਆ ਜਿਹਦੇ ਚ ਉਹਨੇ ਕਿਹਾ ਸੀਗਾ ਕਿ ਲਰਨਿੰਗ ਹੀ ਆ ਜਿਹੜਾ ਉਹ ਲਰਨਿੰਗ ਮੋਡੀਫਿਕੇਸ਼ਨ ਆ ਬਿਹੇਵੀਅਰ ਦੀ। ਕਾਦੇ ਦੁਆਰਾ? ਅਨੁਭਵਾਂ ਦੇ ਦੁਆਰਾ। ਜਦੋਂ ਤੁਸੀਂ ਅਨੁਭਵ ਗ੍ਰਹਿਣ ਕਰਦੇ ਆ, ਕੋਈ ਨਵੀਂ ਚੀਜ਼ ਨੂੰ ਗ੍ਰਹਿਣ ਕਰਦੇ ਆ, ਤਾਂ ਤੁਹਾਡੇ ਬਿਹੇਵੀਅਰ ਦੇ ਵਿੱਚ ਪਰਿਵਰਤਨ ਹੁੰਦਾ ਤੇ ਉਹੀ ਕੀ ਹੈ ਜੀ ਗੇਟਸ ਦੇ ਅਕੋਰਡਿੰਗ ਲਰਨਿੰਗ। ਸੈਕਿੰਡ ਆਪਸ਼ਨ ਆਪਣੇ ਕੋਲ, ਸੈਕਿੰਡ ਕੁਐਸਚਨ ਆਪਣੇ ਕੋਲ ਕਿ ਸਿੱਖਣਾ ਸ਼ੁਰੂ ਹੁੰਦਾ ਹੈ। ਸਿੱਖਣਾ ਕਹਿੰਦੇ ਕਦੋਂ ਤੋਂ ਸ਼ੁਰੂ ਹੁੰਦਾ? ਆਪਸ਼ਨ ਆਪਣੇ ਕੋਲ ਜਨਮ ਤੋਂ, 7 ਸਾਲ ਦੀ ਉਮਰ ਤੋਂ, 2 ਸਾਲ ਤੋਂ ਜਾਂ ਪ੍ਰੋਕਸ ਸਾਰੇ। ਦੇਖੋ, ਜਦੋਂ ਬੱਚੇ ਦਾ ਬਰਥ ਹੋ ਜਾਂਦਾ ਉਦੋਂ ਤੋਂ ਹੀ ਬੱਚਾ ਸਿੱਖਣਾ ਸ਼ੁਰੂ ਕਰ ਦਿੰਦਾ ਤੇ ਟਿਲ ਡੈਥ, ਜਦੋਂ ਤੱਕ ਉਹਦੀ ਡੈਥ ਨਹੀਂ ਹੋ ਜਾਂਦੀ, ਅਸੀਂ ਸਾਰੇ ਹਜੇ ਤੱਕ ਵੀ ਅਸੀਂ ਸਿੱਖ ਰਹੇ ਹਾਂ ਤੇ ਮਰਨ ਤੱਕ ਅਸੀਂ ਸਿੱਖਦੇ ਰਵਾਂਗੇ। ਤਾਂ ਇਸ ਕਰਕੇ ਜਦੋਂ ਤੋਂ ਸਟਾਰਟ ਹੋ ਜਾਂਦੀ ਹੈ ਲਰਨਿੰਗ? ਜਨਮ ਤੋਂ। ਠੀਕ ਹੈ ਜੀ, ਕੰਟੀਨਿਊ ਪ੍ਰੋਸੈਸ ਆ, ਜਨਮ ਤੋਂ ਡੈਥ ਤੱਕ ਲਗਾਤਾਰ ਚੱਲਦੀ ਰਹਿੰਦੀ ਆ। ਥਰਡ ਆਪਣੇ ਕੋਲ ਸਿੱਖਣ ਦਾ ਸਿਧਾਂਤ ਕਿਹਨੇ ਦਿੱਤਾ? ਸਿੱਖਣ ਦੇ ਸਿਧਾਂਤ ਕਿਹਨੇ ਦਿੱਤੇ ਆ? ਪ੍ਰਿੰਸੀਪਲ ਆਫ ਲਰਨਿੰਗ। ਇਹ ਆਈ ਥਿੰਕ ਤੁਹਾਡੀ ਲਾਸਟ MCQ ਡਿਸਕਸ਼ਨ ਦੇ ਵਿੱਚ ਵੀ ਹੋ ਚੁੱਕਿਆ ਕੁਐਸਚਨ ਕਿ ਸਿੱਖਣ ਦੇ ਸਿਧਾਂਤ ਕਿਹਨੇ ਦਿੱਤੇ ਆ। ਤਾਂ ਸਿੱਖਣ ਦੇ ਸਿਧਾਂਤ ਦਿੱਤੇ ਹੈਗੇ ਆ ਥੋਰਨਡਾਈਕ ਨੇ। ਥੋਰਨਡਾਈਕ ਨੇ 2 ਤਰ੍ਹਾਂ ਦੇ ਸਿੱਖਣ ਦੇ ਸਿਧਾਂਤ ਦਿੱਤੇ ਆ, ਪ੍ਰਾਇਮਰੀ ਤੇ ਸੈਕੰਡਰੀ। ਠੀਕ ਹੈ ਜੀ। ਪ੍ਰਾਇਮਰੀ ਕਿਹੜੇ ਸੀਗੇ? ਲਾਅ ਆਫ ਰੈਡੀਨੈਸ, ਮਤਲਬ ਬੱਚਾ ਜਿੰਨਾ ਚਿਰ ਸਿੱਖਣ ਦੇ ਲਈ ਤਿਆਰ ਨਹੀਂ ਹੈਗਾ ਉਹ ਉਨਾ ਚਿਰ ਨਹੀਂ ਸਿੱਖ ਸਕਦਾ। ਲਾਅ ਆਫ ਐਕਸਰਸਾਈਜ਼, ਬੱਚਾ ਜਿੰਨਾ ਜ਼ਿਆਦਾ ਅਭਿਆਸ ਕਰੂਗਾ ਓਨਾ ਹੀ ਉਹ ਸੁਪੀਰੀਅਰ ਹੋਊਗਾ ਆਪਦੀ ਲਰਨਿੰਗ ਦੇ ਵਿੱਚ, ਆਪਦੇ ਅਨੁਭਵਾਂ ਦੇ ਵਿੱਚ। ਤੇ ਡੀ ਹੈਗਾ ਇੱਕ ਹੋਰ ਜਿਹੜਾ ਥਰਡ ਹੈ ਆਪਣੇ ਕੋਲ ਹੈ ਲਾਅ ਆਫ ਅਫੈਕਟ। ਠੀਕ ਹੈ, ਬਾਅਦ ਚ ਇੱਕ ਬੱਚਾ ਜੋ ਅਫੈਕਟ ਦਊਗਾ ਆਪਦੀ ਐਕਸਰਸਾਈਜ਼ ਤੋਂ ਬਾਅਦ, ਜੋ ਪ੍ਰਭਾਵ ਨਿਕਲੂਗਾ ਤੁਹਾਡੇ ਐਕਸਪੀਰੀਐਂਸਿਸ ਦਾ, ਉਹਦੇ ਆਧਾਰ ਨੂੰ ਹੀ ਤੁਸੀਂ ਉਸ ਅਫੈਕਟ ਨੂੰ ਹੀ ਤੁਸੀਂ ਲਰਨਿੰਗ ਕੰਸੀਡਰ ਕਰ ਸਕਦੇ ਆ। ਤਾਂ ਸਿੱਖਣ ਦੇ ਸਿਧਾਂਤ ਕਿਹਨੇ ਦਿੱਤੇ ਆ ਜੀ? ਥੋਰਨਡਾਈਕ ਨੇ। ਬੰਡੂਰਾ ਦੀ ਥਿਊਰੀ ਦਾ ਨਾਮ ਕੀ ਸੀਗਾ? ਸੋਸ਼ਲ ਲਰਨਿੰਗ ਥਿਊਰੀ। ਸਕਿਨਰ ਦੀ ਥਿਊਰੀ ਦਾ ਨਾਮ ਕੀ ਆ? ਅਪਰੇਂਟ ਕੰਡੀਸ਼ਨਿੰਗ ਥਿਊਰੀ। ਪੈਵਲਵ ਦੀ ਥਿਊਰੀ ਦਾ ਨਾਮ ਕੀ ਆ? ਕਲਾਸੀਕਲ ਕੰਡੀਸ਼ਨਿੰਗ ਥਿਊਰੀ। ਤੇ ਥੋਰਨਡਾਈਕ ਦੀ ਥਿਊਰੀ ਦਾ ਨਾਮ ਕੀ ਸੀਗਾ? ਟ੍ਰਾਇਲ ਐਂਡ ਐਰਰ ਥਿਊਰੀ। फोर्थ क्वेश्चन अपने को जो बच्चा कॉन्सैप्ट सीखता, ठीक है, किसी भी चीज का जो बच्चा संकल्प सीखता फिर उस संकल्प ਨੂੰ यूज करता ਤੇ ਫਿਰ ਉਹਦੀ ਪ੍ਰੈਕਟਿਸ ਕਰਕੇ ਜਿਹੜੀਆਂ ਗਲਤੀਆਂ ਹੈਗੀਆਂ ਉਹਨਾਂ ਨੂੰ ਘੱਟ ਕਰਦਾ। ਮਤਲਬ ਅਲਟੀਮੇਟਲੀ ਕੀ ਆ? ਲਾਅ ਆਫ ਪ੍ਰੈਕਟਿਸ। ਠੀਕ ਹੈ ਜੀ, ਲਾਅ ਆਫ ਐਕਸਰਸਾਈਜ਼। ਤਾਂ ਗਲਤੀਆਂ ਕਿਵੇਂ ਖਤਮ ਹੁੰਦੀਆਂ ਕਿਸੇ ਵੀ ਮਨੁੱਖ ਦੀਆਂ ਲਰਨਿੰਗ ਦੇ ਵਿੱਚ, ਕਿਸੇ ਵੀ ਬੱਚੇ ਦੀਆਂ ਸਿੱਖਣ ਦੇ ਵਿੱਚ? ਉਹ ਜਿੰਨੀ ਪ੍ਰੈਕਟਿਸ ਕਰਦਾ ਰਹੂਗਾ। ਤੇ ਇਹ ਸੰਕਲਪ ਕਿਹਨੇ ਦਿੱਤਾ ਜੀ? ਅਸੀਂ ਉੱਪਰ ਦੱਸ ਚੁੱਕੇ ਹਾਂ ਪ੍ਰਿੰਸੀਪਲਸ ਦੇ ਵਿੱਚ ਥੋਰਨਡਾਈਕ ਨੇ। ਤਾਂ ਥੋਰਨਡਾਈਕ ਨੇ ਇੱਕ ਪ੍ਰਿੰਸੀਪਲ ਦਿੱਤਾ ਪ੍ਰਾਇਮਰੀ ਦੇ ਵਿੱਚ ਲਾਅ ਆਫ ਐਕਸਰਸਾਈਜ਼ ਕਿ ਅਸੀਂ ਜਿੰਨੀ ਜ਼ਿਆਦਾ ਲਰਨਿੰਗ ਦੇ ਵਿੱਚ ਪ੍ਰੈਕਟਿਸ ਕਰਾਂਗੇ, ਜਿੰਨਾ ਜ਼ਿਆਦਾ ਦੁਹਰਾ ਕਰਾਂਗੇ, ਉਨੇ ਹੀ ਜ਼ਿਆਦਾ ਅਸੀਂ ਪਰਫੈਕਟ ਹੋਵਾਂਗੇ ਜੋ ਵੀ ਸਕਿੱਲ ਅਸੀਂ ਸਿੱਖਣੀ ਆ। ਫਿਫਥ ਕੁਐਸਚਨ ਆਪਣੇ ਕੋਲ ਬੱਚਾ ਉਦੋਂ ਤੱਕ ਨਹੀਂ ਸਿੱਖ ਸਕਦਾ। ਬੱਚਾ ਕਦੋਂ ਤੱਕ ਨਹੀਂ ਸਿੱਖ ਸਕਦਾ? ਆਪਣੇ ਕੋਲ ਫਰਸਟ ਆਪਸ਼ਨ ਆ ਉਸਨੂੰ ਸਿੱਖਣ ਦੇ ਸਮਾਜਿਕ ਉਦੇਸ਼ਾਂ ਅਨੁਸਾਰ ਨਹੀਂ ਸਿਖਾਇਆ ਜਾਂਦਾ। ਠੀਕ ਹੈ, ਜਦੋਂ ਤੱਕ ਉਹਨੂੰ ਕਹਿੰਦੇ ਸਮਾਜਿਕ ਉਦੇਸ਼ਾਂ ਅਨੁਸਾਰ ਨਹੀਂ ਸਿਖਾਇਆ ਜਾਂਦਾ ਉਦੋਂ ਤੱਕ ਨਹੀਂ ਬੱਚਾ ਸਿੱਖਦਾ। ਦੂਜੀ ਆਪਸ਼ਨ ਆਪਣੇ ਕੋਲ ਜਦੋਂ ਤੱਕ ਉਹ ਸਿੱਖਣ ਲਈ ਤਿਆਰ ਨਹੀਂ। ਤੀਜੀ ਆ ਉਹ ਇਹ ਨਹੀਂ ਜਾਣਦਾ ਕਿ ਉਹ ਸਿੱਖ ਰਿਹਾ ਹੈ ਤੇ ਭਵਿੱਖ ਵਿੱਚ ਟੈਸਟ ਕੀਤਾ ਜਾਵੇਗਾ। ਜਦੋਂ ਤੱਕ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਜੋ ਅੱਜ ਉਹ ਸਿੱਖ ਰਿਹਾ ਹੈਗਾ ਉਹਨੂੰ ਭਵਿੱਖ ਦੇ ਵਿੱਚ ਜੱਜ ਕੀਤਾ ਜਾਊਗਾ, ਉਹਦਾ ਕੋਈ ਨਤੀਜਾ ਨਿਕਲੂਗਾ, ਉਦੋਂ ਤੱਕ ਬੱਚਾ ਸਿੱਖਣ ਲਈ ਤਿਆਰ ਨਹੀਂ ਹੁੰਦਾ। ਜਾਂ ਅਸੀਂ ਇਹ ਆਖੀਏ ਕਿ ਜਿੰਨਾ ਚਿਰ ਬੱਚੇ ਨੂੰ ਸਜ਼ਾ ਦਾ ਡਰ ਨਹੀਂ ਹੈਗਾ ਉਦੋਂ ਤੱਕ ਤਿਆਰ ਨਹੀਂ ਹੁੰਦਾ। ਤਾਂ ਤੁਹਾਡੇ ਅਕੋਰਡਿੰਗ ਕੀ ਆਪਸ਼ਨ ਹੋਊਗੀ ਇਹਦੇ 'ਚ?
बी, ठीक है जी, ਉਹ ਸਿੱਖਣ ਲਈ ਤਿਆਰ ਨਹੀਂ ਹੁੰਦਾ। ਜਿਵੇਂ ਅਸੀਂ ਲਾਅ ਆਫ ਰੈਡੀਨੈਸ ਦੀ ਗੱਲ ਕੀਤੀ ਆ, ਤਾਂ ਸਾਡੇ ਕੋਲ ਇੱਥੇ ਆਪਸ਼ਨ ਹੈਗਾ, ਜਦੋਂ ਤੱਕ ਬੱਚਾ ਸਿੱਖਣ ਲਈ ਖੁਦ ਤਿਆਰ ਨਹੀਂ ਹੁੰਦਾ ਤੁਸੀਂ ਉਹਨੂੰ ਨਹੀਂ ਸਿਖਾ ਸਕਦੇ। ਕਿਹਦੇ ਅਕੋਰਡਿੰਗ ਆ? ਥੋਰਨਡਾਈਕ ਦੇ ਅਕੋਰਡਿੰਗ। ਥੋਰਨਡਾਈਕ ਨੇ ਕੀ ਕਿਹਾ ਸੀ? ਲਾਅ ਆਫ ਰੈਡੀਨੈਸ, ਜਦੋਂ ਤੱਕ ਬੱਚਾ ਖੁਦ ਸਿੱਖਣ ਦੇ ਲਈ ਰੈਡੀ ਨਹੀਂ ਹੈਗਾ ਉਹਨੂੰ ਕੋਈ ਵੀ ਸਿਖਾ ਨਹੀਂ ਸਕਦਾ। ਠੀਕ ਹੈ ਜੀ, ਕਲੀਅਰ। ਅੱਗੇ ਹੈ ਆਪਣੇ ਕੋਲ ਕਿਹੜਾ ਸਿੱਖਣਾ ਸਥਾਈ ਆ। ਠੀਕ ਹੈ, ਆਪਾਂ ਤਿੰਨ ਤਰ੍ਹਾਂ ਦੀ ਲਰਨਿੰਗ ਦੀ ਗੱਲ ਕੀਤੀ ਸੀਗੀ। ਪਰਮਾਨੈਂਟ ਲਰਨਿੰਗ ਹੁੰਦੀ ਆ, ਟੈਂਪਰੇਰੀ ਲਰਨਿੰਗ ਹੁੰਦੀ ਆ। ਠੀਕ ਹੈ ਜੀ, ਤਾਂ ਜਿਹੜੀ ਪਰਮਾਨੈਂਟ ਲਰਨਿੰਗ ਹੁੰਦੀ ਆ ਉਹ ਕਿਹੜੀ ਹੁੰਦੀ ਆ? ਕਿਹਨੂੰ ਤੁਸੀਂ ਪਰਮਾਨੈਂਟ ਲਰਨਿੰਗ ਆਖੋਗੇ? ਜਿਹੜੀ ਕਿ ਇੱਥੇ ਸਾਡੇ ਕੋਲ ਚਾਰ ਆਪਸ਼ਨਸ ਨੇ। ਪਹਿਲਾ ਹੈਗੀ ਰੱਟਾ ਮਾਰ ਕੇ, ਜਿਹਨੂੰ ਤੁਸੀਂ ਰੱਟਾ ਮਾਰ ਕੇ ਸਿੱਖੋਗੇ, ਰੋਟ ਲਰਨਿੰਗ ਆ ਕਹਿੰਦੇ, ਉਹ ਪਰਮਾਨੈਂਟ ਹੋ ਸਕਦੀ ਆ। ਜਾਂ ਜਿਹਨੂੰ ਤੁਸੀਂ ਸੁਣੋਗੇ ਉਹ ਪਰਮਾਨੈਂਟ ਹੋ ਸਕਦੀ ਆ, ਜਿਹਨੂੰ ਤੁਸੀਂ ਦੇਖੋਗੇ ਉਹ ਪਰਮਾਨੈਂਟ ਹੋ ਸਕਦੀ ਆ, ਜਾਂ ਜਿਹਨੂੰ ਤੁਸੀਂ ਸਮਝੋਗੇ। ਜਿਹੜੀ ਚੀਜ਼ ਨੂੰ ਤੁਸੀਂ ਸਮਝ ਲਿਆ, ਜਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਭਰ ਗਈ, ਸਮਝ ਦੇ ਨਾਲ ਤੁਸੀਂ ਉਹਦੇ ਆਈਕਨ ਆਪਦੇ ਦਿਮਾਗ ਦੇ ਵਿੱਚ ਕ੍ਰੀਏਟ ਕਰ ਲਏ, ਉਹ ਚੀਜ਼ ਹੀ ਪਰਮਾਨੈਂਟ ਹੁੰਦੀ ਆ। ਦੇਖਿਆ, ਸੁਣਿਆ, ਸਮਝਿਆ ਟੈਂਪਰੇਰੀ ਹੋ ਸਕਦਾ। ਠੀਕ ਹੈ ਜੀ, ਤਾਂ ਤੁਹਾਡੀ ਪਰਮਾਨੈਂਟ ਲਰਨਿੰਗ ਕਿਹੜੀ ਹੋਊਗੀ? ਜਿਹਨੂੰ ਤੁਸੀਂ ਅੰਡਰਸਟੈਂਡ ਕਰਕੇ ਸਿੱਖੋਗੇ। 7th ਹੈ ਕੁਐਸਚਨ ਆਪਣੇ ਕੋਲ, ਸਿੱਖਣ ਦਾ ਸਭ ਤੋਂ ਵਧੀਆ ਅਰਥ ਕੀ ਆ? ਠੀਕ ਹੈ, ਕਹਿੰਦੇ ਸਿੱਖਣ ਨੂੰ ਸਮਾਯੋਜਨ ਕਹਿ ਸਕਦੇ ਆ, ਬਿਲਕੁਲ ਸਹੀ ਆ। ਸਿੱਖਣਾ ਲਰਨਿੰਗ ਆ, ਬਿਲਕੁਲ ਸਹੀ ਆ। ਠੀਕ ਹੈ ਜੀ, ਸਿੱਖਣਾ ਗ੍ਰਹਿਣਸ਼ੀਲਤਾ, ਬਿਲਕੁਲ ਸਹੀ ਆ। ਤੇ ਸਿੱਖਣਾ ਵਿਵਹਾਰ ਵਿੱਚ ਪਰਿਵਰਤਨ, ਇਹ ਵੀ ਬਿਲਕੁਲ ਸਹੀ ਆ, ਹਨਾ। ਹੁਣ ਉੱਪਰ ਇੱਕ ਆਪਸ਼ਨ ਪੜੋ, ਕੁਐਸਚਨ ਪੜੋ, ਮੈਂ ਉਹਦੇ ਚ ਕੀ ਲਿਖਿਆ? ਸਿੱਖਣ ਦਾ ਸਭ ਤੋਂ ਵਧੀਆ। ਇਹਦਾ ਮਤਲਬ ਕੀ ਆ ਕਿ ਸਾਡੇ ਕੋਲ ਆਪਸ਼ਨ ਸਾਰੀਆਂ ਸਹੀ ਆ, ਪਰ ਇੱਕ ਸਭ ਤੋਂ ਜ਼ਿਆਦਾ ਪਰਫੈਕਟ ਐਗਜ਼ਾਮਪਲ ਹੋਊਗੀ, ਸਭ ਤੋਂ ਜ਼ਿਆਦਾ ਪਰਫੈਕਟ ਆਨਸਰ ਹੋਊਗਾ। ਤਾਂ ਪਰਫੈਕਟ ਆਨਸਰ ਕੀ ਆ? ਜਿਵੇਂ ਕਿ ਅਸੀਂ ਗੇਟਸ ਦੇ ਅਕੋਰਡਿੰਗ ਕਰ ਚੁੱਕੇ ਆ। ਗੇਟਸ ਨੇ ਕੀ ਕਿਹਾ ਸੀਗਾ ਕਿ ਸਿੱਖਣਾ ਕੀ ਹੈਗਾ? ਵਿਵਹਾਰ ਦੇ ਵਿੱਚ ਅਨੁਪਮਾ ਦੁਆਰਾ ਪਰਿਵਰਤਨ। ਤਾਂ ਅਨੁਪਮਾ ਦੁਆਰਾ ਜਿਹੜਾ ਵਿਵਹਾਰ ਚ ਪਰਿਵਰਤਨ ਆ, ਕੋਡਡ ਲਰਨਿੰਗ ਕੀ ਹੈਗੀ ਆ? ਵਿਵਹਾਰ ਦੇ ਵਿੱਚ ਪਰਿਵਰਤਨ। ਤਾਂ ਸਾਡੇ ਕੋਲ ਇੱਥੇ ਆਪਸ਼ਨ ਹੈ ਜੀ ਈਡੀ, ਮਤਲਬ ਸੀ। ਕਲੀਅਰ? ਤਾਂ ਜਿਹੜਾ ਸਾਡੇ ਲਈ ਸਿੱਖਣ ਦਾ ਸਭ ਤੋਂ ਸਿੱਖਣ ਦੇ ਲਈ ਬੈਸਟ ਡੈਫੀਨੇਸ਼ਨ ਆ ਉਹ ਕੀ ਹੈਗੀ ਆ? ਵਿਵਹਾਰ ਦੇ ਵਿੱਚ ਪਰਿਵਰਤਨ। ਸਿੱਖਣਾ ਉਹੀ ਚੀਜ਼ ਹੁੰਦੀ ਆ ਜੋ ਤੁਹਾਡੇ ਵਿਵਹਾਰ ਦੇ ਵਿੱਚ ਚੇਂਜਸ ਲੈ ਕੇ ਆਵੇ। 8th ਆਪਣੇ ਕੋਲ ਕੁਐਸਚਨ ਹੈ, ਜਤਨ ਤੇ ਭੁੱਲ ਦਾ ਸਿਧਾਂਤ, ਜਤਨ ਤੇ ਭੁੱਲ ਦੇ ਸਿਧਾਂਤ ਅਨੁਸਾਰ ਸਿੱਖਣ ਦੇ ਲਈ ਕੀ ਜ਼ਰੂਰੀ ਆ? ਠੀਕ ਹੈ ਜੀ, ਪਹਿਲਾਂ ਤਾਂ ਟ੍ਰਾਇਲ ਐਂਡ ਐਰਰ ਥਿਊਰੀ ਦਿੱਤੀ ਕਿਹਨੇ ਆ? ਥੋਰਨਡਾਈਕ ਨੇ। ਠੀਕ ਹੈ, ਇਹਨੂੰ ਧਿਆਨ ਦੇ ਵਿੱਚ ਰੱਖੋ। ਸੈਕਿੰਡ ਚੀਜ਼ ਜਿਹੜੀ ਇਹ ਥਿਊਰੀ ਆ ਨਾ, ਇਹਦਾ ਇੱਕ ਨਾਮ ਆ ਸਟਿਮੂਲਸ ਐਂਡ ਰਿਸਪੌਂਸ ਥਿਊਰੀ। ਠੀਕ ਹੈ ਜੀ, ਮਤਲਬ ਕਿ ਇੱਕ ਸਟਿਮੂਲਸ ਹੁੰਦਾ ਹੈ ਇਸ ਥਿਊਰੀ ਦੇ ਅਕੋਰਡਿੰਗ। ਮਤਲਬ ਕੀ ਆ? ਕੋਈ ਵੀ ਆਰਟੀਫਿਸ਼ੀਅਲ ਚੀਜ਼ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਆ ਤੇ ਉਹਦੇ ਬਦਲੇ ਦੇ ਵਿੱਚ ਇੱਕ ਰਿਸਪੌਂਸ ਹੁੰਦਾ। ਠੀਕ ਹੈ, ਮਤਲਬ ਇਹ SR ਥਿਊਰੀ ਆ। ਤੇ ਇਸ ਕਰਕੇ ਜਿਹੜੀ ਟ੍ਰਾਇਲ ਐਂਡ ਐਰਰ ਥਿਊਰੀ ਹੈਗੀ ਆ, ਉਹ ਉਹਦੇ ਚ ਦੋਨੇ ਚੀਜ਼ਾਂ ਹੀ ਇੰਪੋਰਟੈਂਟ ਨੇ, ਸਟਿਮੂਲਸ ਵੀ ਤੇ ਰਿਸਪੌਂਸ ਵੀ, ਦੋਨਾਂ ਤੇ ਆਧਾਰਿਤ ਥਿਊਰੀ ਹੈ। ਇਸੇ ਕਰਕੇ ਅਸੀਂ ਇਹਨੂੰ STR ਥਿਊਰੀ ਵੀ ਆਖਦੇ ਹਾਂ। ਦੈਨ ਆਪਣੇ ਕੋਲ ਹੈ 9th, ਉਦੀਪਨ ਤੇ ਅਨੁਕਿਰਿਆ ਦੇ ਮੱਧ ਦਾ ਸੰਬੰਧ ਕੀ ਹੈ? ਕਹਿੰਦੇ ਸਟਿਮੂਲਸ ਤੇ ਰਿਸਪੌਂਸ ਦੇ ਵਿਚਕਾਰ ਕਿਹੜੀ ਚੀਜ਼ ਆਉਂਦੀ ਹੈ? ਤੁਸੀਂ ਜਿੰਨੀਆਂ ਵੀ ਸਟਿਮੂਲਸ ਤੇ ਰਿਸਪੌਂਸ ਦੀਆਂ ਥਿਊਰੀਆਂ ਕੀਤੀਆਂ, ਪੈਵਲਵ, ਥੋਰਨਡਾਈਕ, ਸਕਿਨਰ, ਸਾਰਿਆਂ ਨੇ ਆਪਦੀ ਥਿਊਰੀ ਦੇ ਵਿੱਚ ਸਟਿਮੂਲਸ ਤੇ ਰਿਸਪੌਂਸ ਦੇ ਨਾਲ ਇੱਕ ਵਰਡ ਹੋਰ ਯੂਜ਼ ਕੀਤਾ ਸੀ, ਉਹ ਕੀ ਸੀਗਾ? ਕੰਡੀਸ਼ਨਿੰਗ। ਠੀਕ ਹੈ ਜੀ, ਕੰਡੀਸ਼ਨਿੰਗ। ਤਾਂ ਕੀ ਆ? ਸਟਿਮੂਲਸ ਤੇ ਰਿਸਪੌਂਸ ਦੇ ਵਿਚਕਾਰ ਦਾ ਜਿਹੜਾ ਸੰਬੰਧ ਹੈਗਾ ਉਹ ਹੈਗਾ ਕੰਡੀਸ਼ਨਿੰਗ, ਅਨੁਬੰਧਨ। ਠੀਕ ਹੈ, ਜਿਹੜਾ ਕਿ ਅਸਲ ਦੇ ਵਿੱਚ ਬਿਹੇਵੀਅਰ ਕ੍ਰੀਏਟ ਕਰਨ ਦੇ ਵਿੱਚ ਹੈਲਪਫੁਲ ਹੁੰਦਾ। 10ਵਾਂ ਕੁਐਸਚਨ ਆਪਣੇ ਕੋਲ, ਪੁਨਰਬਲਨ ਦਾ ਨਿਰਧਾਰਨ ਸਮਾਂ, ਸਕੇਜੂਲ ਆਫ ਰੀਇਨਫੋਰਸਮੈਂਟ ਕਿਹਨੇ ਦਿੱਤਾ? ਦੇਖੋ, ਜਿਹੜੀ ਰੀਇਨਫੋਰਸਮੈਂਟ ਥਿਊਰੀ ਆ ਉਹ ਕਿਹਨੇ ਦਿੱਤੀ ਹੈਗੀ ਆ? ਸਕਿਨਰ ਨੇ। ਠੀਕ ਹੈ ਜੀ, ਅਸਲ ਦੇ ਵਿੱਚ ਜਿਹੜੀ ਸਕਿਨਰ ਨੇ ਥਿਊਰੀ ਦਿੱਤੀ ਆ ਉਹਦਾ ਜਿਹੜਾ ਮੇਨ ਨਾਮ ਹੈਗਾ ਉਹ ਹੈਗਾ ਆਪਰੇਂਟ ਕੰਡੀਸ਼ਨਿੰਗ ਥਿਊਰੀ। ਠੀਕ ਹੈ, ਉਹਨੇ ਕਿਹਾ ਇੱਕ ਆਪਰੇਂਟ ਹੁੰਦਾ, ਇੱਕ ਵਲੰਟਰੀ ਬਿਹੇਵੀਅਰ ਹੁੰਦਾ। ਆਪਰੇਂਟ ਮਤਲਬ ਕੀ ਆ? ਵਲੰਟਰੀ ਬਿਹੇਵੀਅਰ, ਜਿਹੜਾ ਬੱਚਾ ਤੁਹਾਡੇ ਕੋਲ ਲੈ ਕੇ ਆਊਗਾ ਉਹ ਬਿਹੇਵੀਅਰ ਨੂੰ ਤੁਸੀਂ ਕੰਡੀਸ਼ਨ ਕਰੋਗੇ ਕਾਦੇ ਰਾਹੀਂ? ਇੱਕ ਰੀਇਨਫੋਰਸਮੈਂਟ ਪ੍ਰੋਵਾਈਡ ਕਰਾ ਕੇ। ਠੀਕ ਹੈ, ਇੱਕ ਪੁਨਰਬਲਨ ਦੇ ਕੇ। ਤਾਂ ਉਹ ਜਿਹੜਾ ਕਨਸੈਪਟ ਹੈਗਾ ਪੁਨਰਬਲਨ ਦਾ ਉਹ ਕਿਹਨੇ ਦਿੱਤਾ ਹੈਗਾ? ਸਕਿਨਰ ਨੇ। ਤੇ ਨਾਲ ਹੀ ਸਕਿਨਰ ਨੇ ਆ ਜਿਹੜਾ ਪੁਨਰਬਲਨ ਦੇ ਉੱਪਰ ਜ਼ੋਰ ਦਿੰਦੇ ਹੋਏ ਇਹਦੇ ਸਕੇਜੂਲ ਵੀ ਦੱਸਿਆ ਹੋਇਆ ਕਿ ਕਿੰਨੇ ਕਿਹੜੇ ਟਾਈਮ ਤੇ ਤੁਸੀਂ ਦੇ ਸਕਦੇ ਹੈਗੇ ਆ ਰੀਇਨਫੋਰਸਮੈਂਟ ਨੂੰ। ਤਾਂ ਇਹਨੇ ਬੇਸਿਕਲੀ ਆਖਿਆ ਕਿ ਜਾਂ ਤਾਂ ਤੁਸੀਂ ਕੰਟੀਨਿਊਸ ਲਗਾਤਾਰ ਦੇਈ ਚਲੋ ਰੀਇਨਫੋਰਸਮੈਂਟ, ਜਾਂ ਫਿਰ ਉਹਦਾ ਇੱਕ ਇੰਟਰਵਲ ਕ੍ਰੀਏਟ ਕਰ ਲਓ, ਜਾਂ ਤਾਂ ਕੁਐਸਚਨਾਂ ਤੋਂ ਬਾਅਦ ਰੇਸ਼ੋ ਦੇ ਆਧਾਰ ਤੇ ਬੱਚੇ ਨੂੰ ਰੀਇਨਫੋਰਸਮੈਂਟ ਦਿਓ, ਜਾਂ ਫਿਰ ਟਾਈਮ ਦੇ ਆਧਾਰ ਦੇ ਉੱਪਰ। ਠੀਕ ਹੈ ਜੀ,
लगातार की होगी, मैं देखा ना, मैं जिन्ने क्वेश्चन, मैं एक क्वेश्चन पूछा, बच्चे ने आंसर दिता ए, मैं ਉਹਦੇ ਤੇ कहता वेरी गुड, बच्चे ने दूजा आंसर दिता बी, मैं कहता वेरी गुड, है ना। जो हर एक चीज ਦੇ ਉੱਪਰ मोटिवेशन दवांगे, रीइंफोर्समेंट दवांगे ਤਾਂ ਉਹ ਕੀ ਕੰਟੀਨਿਊਸ। ਜੇ ਮੈਂ ਬਿਨਾ ਸੋਚੇ ਸਮਝੇ ਜਿੱਥੇ ਮੇਰਾ ਜੀ ਕੀਤਾ ਜਾਂ ਮੈਂ ਕ੍ਰਾਈਟੇਰੀਆ ਸੈੱਟ ਕਰ ਲਾਂ ਕਿ ਜਦੋਂ ਬੱਚੇ ਨੇ 5 ਕੁਐਸਚਨਾਂ ਦੇ ਆਨਸਰ ਦੇਤੇ ਮੈਂ ਉਦੋਂ ਰੀਇਨਫੋਰਸਮੈਂਟ ਦਊਂਗੀ, ਤਾਂ ਉਹ ਕੰਟੀਨਿਊਸ ਨਹੀਂ ਆ, ਉਹ ਕੀ ਆ ਕਿਸੇ ਇੰਟਰਵਲ ਦੇ ਬੇਸਡ ਆ ਜਾਂ ਇੰਟਰਮਿਟਡ ਆ। ਠੀਕ ਹੈ ਜੀ। ਇਹ ਤੁਹਾਨੂੰ ਜਿਹੜੀਆਂ ਲਾਈਵ ਕਲਾਸਿਸ ਸਾਡੀਆਂ ਚੱਲ, ਜਿਹੜੀਆਂ ਰਿਕਾਰਡਡ ਕਲਾਸਿਸ ਪੇਡ ਕੋਰਸ ਦੇ ਵਿੱਚ ਚੱਲ ਰਹੀਆਂ, ਉਹਦੇ ਵਿੱਚ ਸਭ ਕੁਝ ਕਰਵਾਇਆ ਹੋਇਆ। ਜਿਹੜੇ ਬੱਚੇ ਜੁੜੇ ਹੋਏ ਨੇ ਤੁਹਾਨੂੰ ਪਤਾ, ਤਾਂ ਉੱਥੋਂ ਇਹ ਕਨਸੈਪਟਸ ਨੂੰ ਕਲੀਅਰ ਕਰੋ। ਇੰਪੋਰਟੈਂਟ ਕੁਐਸਚਨਸ ਨੇ ਸਾਰੇ। 11ਵਾਂ ਹੈਗਾ ਆਪਣੇ ਕੋਲ ਸਿੱਖਣ ਦਾ ਨਤੀਜਾ ਨਹੀਂ ਆ। ਇਹਨਾਂ ਦੇ ਵਿੱਚੋਂ ਕਿਹੜਾ ਸਿੱਖਣ ਦਾ ਨਤੀਜਾ ਨਹੀਂ ਆ, ਲਰਨਿੰਗ ਦਾ ਨਤੀਜਾ ਨਹੀਂ ਆ? ਕਹਿੰਦੇ ਸਕਿੱਲ, ਠੀਕ ਹੈ, ਜਾਂ ਗਿਆਨ, ਜਾਂ ਮੋਟਰ ਐਕਟੀਵਿਟੀ, ਜਾਂ ਮੈਚਿਓਰੇਸ਼ਨ। ਠੀਕ ਹੈ ਜੀ। ਇੱਥੇ ਨਾ ਵੈਸੇ ਤਾਂ ਸਾਰੀਆਂ ਚੀਜ਼ਾਂ ਹੀ ਸਿੱਖਣ ਦਾ ਨਤੀਜਾ, ਪਰ ਇੱਕ ਚੀਜ਼ ਆ ਜਿਹੜੀ ਕਿ ਬਹੁਤ, ਜਿਹਦਾ ਆਧਾਰ ਹੈਰੀਡਿਟੀ ਹੈ। ਮੈਂ ਹਰ ਵਾਰੀ ਕਲਾਸ ਦੇ ਵਿੱਚ ਦੱਸਦੀ ਆ ਕਿ ਜਿਹੜੀ ਮੈਚਿਓਰੇਸ਼ਨ ਹੈਗੀ ਆ ਇਹ ਹੈਰੀਡਿਟੀ ਆ। ਠੀਕ ਹੈ ਜੀ। ਮੈਚਿਓਰੇਸ਼ਨ ਤਾਂ ਜਿਹੜਾ ਇਹ ਚ ਲਰਨਿੰਗ ਦਾ ਪ੍ਰੋਡਕਟ ਨਹੀਂ, ਉਹ ਹੈਗਾ ਮੈਚਿਓਰਿਟੀ, ਕਿਉਂਕਿ ਮੈਚਿਓਰਿਟੀ ਆਪਣੇ ਆਪ ਕ੍ਰੀਏਟ ਹੁੰਦੀ ਆ, ਕਿਉਂਕਿ ਇਹਦਾ ਆਧਾਰ ਹੈਰੀਡਿਟੀ ਆ। ਮੈਚਿਓਰਿਟੀ ਹੁੰਦੀ ਕੀ ਆ? ਜਿਹੜੇ ਗੁਣ ਤੁਹਾਨੂੰ ਤੁਹਾਡੀ ਜਦ ਦੇ ਵਿੱਚੋਂ ਮਿਲੇ ਆ, ਜਿਹੜੇ ਤੁਹਾਡੇ ਅਨਵੰਸ਼ਕਤਾ ਦੇ ਵਿੱਚੋਂ, ਹੈਰੀਡਿਟੀ ਦੇ ਵਿੱਚੋਂ ਮਿਲੇ ਆ, ਉਹਨਾਂ ਨੂੰ ਹੀ ਪੱਕਾ ਕਰਨਾ ਪਰਿਪੱਕਤਾ ਹੁੰਦਾ। ਠੀਕ ਹੈ। ਤੇ ਉਹਦੇ ਉੱਪਰ ਤੁਹਾਡੇ ਅਨੁਭਵਾਂ ਦਾ ਅਸਰ ਨਹੀਂ ਹੋ ਸਕਦਾ। ਇਨਫੈਕਟ ਇਹ ਕਿਹਾ ਜਾਂਦਾ ਕਿ ਮੈਚਿਓਰਿਟੀ ਹੀ ਲੀਡ ਕਰਦੀ ਹੈ ਲਰਨਿੰਗ ਨੂੰ, ਮੈਚਿਓਰਿਟੀ ਦੇ ਕਰਕੇ ਲਰਨਿੰਗ ਹੁੰਦੀ ਆ। ਠੀਕ ਹੈ। ਤਾਂ ਤੁਸੀਂ ਲਰਨਿੰਗ ਦੇ ਕਰਕੇ ਮੈਚਿਓਰਿਟੀ ਨਹੀਂ ਕ੍ਰੀਏਟ ਕਰ ਸਕਦੇ। ਲਰਨਿੰਗ ਦੇ ਆਧਾਰ ਤੇ ਤੁਸੀਂ ਨੌਲੇਜ ਕ੍ਰੀਏਟ ਕਰ ਸਕਦੇ ਆ, ਚੱਲਣਾ ਫਿਰਨਾ ਸਿੱਖ ਸਕਦੇ ਆ, ਚਾਲਕ ਗਤੀਵਿਧੀਆਂ ਕਰ ਸਕਦੇ ਆ, ਕੌਸ਼ਲ ਸਿੱਖ ਸਕਦੇ ਆ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਸਕਿਨਰ ਦਾ ਸੰਬੰਧ ਚੂਹਿਆਂ ਨਾਲ ਆ, ਹਨਾ। ਸਕਿਨਰ ਨੇ ਸਟੱਡੀ ਕਿਹਦੇ ਤੇ ਕੀਤੀ? ਚੂਹਿਆਂ ਦੇ ਉੱਪਰ, ਹਨਾ, ਇੱਕ ਕਬੂਤਰ ਦੇ ਉੱਪਰ। ਥੋਰਨਡਾਈਕ ਨੇ ਸਟੱਡੀ ਕਿਹਦੇ ਉੱਪਰ ਕੀਤੀ? ਬਿੱਲੀ ਦੇ ਉੱਪਰ। ਠੀਕ ਹੈ। ਤਾਂ ਕਹਿੰਦੇ ਕੋਲਰ ਨੇ ਕਿਹਦੇ ਉੱਪਰ ਸਟੱਡੀ ਕੀਤੀ ਆ? ਤਾਂ ਕੋਲਰ ਨੇ ਜਿਹੜੀ ਸਟੱਡੀ ਕੀਤੀ ਆ ਉਹ ਕਿਹਦੇ ਉੱਪਰ ਕੀਤੀ ਆ? ਚੰਪੈਂਜੀ ਦੇ ਉੱਪਰ। ਠੀਕ ਹੈ ਜੀ। ਚੰਪੈਂਜੀ ਦੇ ਉੱਪਰ। ਉਸ ਚੰਪੈਂਜੀ ਦਾ ਨਾਮ ਕੀ ਸੀਗਾ? ਸੁਲਤਾਨ। ਤੇ ਕੋਲਰ ਕਿਹੜੇ ਸਕੂਲ ਦੇ ਨਾਲ ਸੰਬੰਧ ਰੱਖਦਾ? ਗੈਸਟਾਰਟ ਸਕੂਲ ਦੇ ਨਾਲ। ਇਹ ਤੁਹਾਨੂੰ ਪਤਾ ਕਿ ਗੈਸਟਾਰਟ ਸਕੂਲ ਦੇ ਨਾਲ ਸੰਬੰਧ ਰੱਖਦਾ, ਤੇ ਇਹਦੀ ਥਿਊਰੀ ਦਾ ਨਾਮ ਕੀ ਸੀ? ਇਨਸਾਈਟ ਥਿਊਰੀ ਆਫ ਲਰਨਿੰਗ, ਅੰਤਰਦ੍ਰਿਸ਼ਟੀ ਦਾ ਸਿਧਾਂਤ, ਕੋਲਰ ਦੀ ਥਿਊਰੀ। ਕਲੀਅਰ। ਤਾਂ ਜਿਹੜਾ ਕੋਲਰ ਹੈਗਾ ਉਹ ਕਿਹਦੇ ਉੱਪਰ ਜ਼ੋਰ ਦਿੰਦਾ ਹੈਗਾ? ਅੰਤਰਦ੍ਰਿਸ਼ਟੀ ਦੇ ਰਾਹੀਂ ਸਿੱਖਣ ਦੇ ਉੱਪਰ। ਇਹ ਬਿਹੇਵੀਅਰਿਸਟਿਕ ਦੇ ਨਾਲੋਂ ਅਲੱਗ ਆ। ਬਿਹੇਵੀਅਰਿਸਟਿਕ ਇਹਦੇ ਚ ਬਿਲੀਵ ਕਰਦੇ ਹੈਗੇ ਆ ਹਿੰਡ ਸਾਈਟ ਦੇ ਉੱਪਰ, ਪਹਿਲਾਂ ਐਕਟੀਵਿਟੀ ਕਰੋ ਫਿਰ ਸੋਚੋ ਮੈਂ ਕੀ ਕੀਤਾ। ਠੀਕ ਹੈ ਜੀ। ਜਿਵੇਂ ਕਿ ਜਿਹੜਾ ਥੋਰਨਡਾਈਕ ਦੀ ਬਿੱਲੀ ਆ ਜਾਂ ਸਕਿਨਰ ਦੇ ਚੂਹੇ ਆ, ਹਨਾ, ਉਹ ਇਹੀ ਕਰ ਰਿਹਾ, ਪਹਿਲਾਂ ਐਕਟੀਵਿਟੀ ਕਰ ਰਿਹਾ ਫਿਰ ਸੋਚਦੇ ਆ ਕਿ ਮੈਂ ਕੀ ਐਕਟੀਵਿਟੀ ਕਰਤੀ। ਜਿਹੜਾ ਨੈਕਸਟ ਜਿਹੜਾ ਹੈਗਾ ਆਪਣੇ ਕੋਲ ਕੋਲਰ, ਉਹ ਕੀ ਆਖਦਾ? ਪਹਿਲਾਂ ਪੂਰੀ ਸਿਚੁਏਸ਼ਨ ਨੂੰ ਜੱਜ ਕਰੋ ਫਿਰ ਐਕਟੀਵਿਟੀ ਕਰੋ। ਤਾਂ ਇਹ ਕਿਹਦੇ ਨਾਲ ਸੰਬੰਧਿਤ ਹੈਗਾ? ਹਿੰਡ ਸਾਈਟ ਦੇ ਨਾਲ, ਯਾਨੀ ਕਿ ਇਨਸਾਈਟ ਦੇ ਨਾਲ। ਨੈਕਸਟ ਆਪਣੇ ਕੋਲ ਦਾ ਬਿਹੇਵੀਅਰ ਆਫ ਆਰਗੇਨਿਜ਼ਮ ਦਾ ਲੇਖਕ ਕੌਣ ਆ? ਤਾਂ ਇਹ ਸਕਿਨਰ ਦੀ ਬੁੱਕ ਆ। ਠੀਕ ਹੈ। ਇਹਦੇ ਚ ਬਹੁਤਾ ਕੁਛ ਨਹੀਂ ਆ। ਤਾਂ ਕੀ ਆ? ਸਕਿਨਰ ਦੀ ਬੁੱਕ ਆ ਬਿਹੇਵੀਅਰ ਆਫ ਆਰਗੇਨਿਜ਼ਮ। ਅੱਛਾ, ਇੱਥੇ ਇੱਕ ਹੋਰ ਨਵਾਂ ਨਾਮ ਤੁਹਾਡੇ ਸਾਹਮਣੇ ਆਇਆ, ਹੱਲ ਨੇ ਨੀਡ ਰਿਡਕਸ਼ਨ ਥਿਊਰੀ ਦਿੱਤੀ ਸੀ। ਠੀਕ ਹੈ। ਵੈਸੇ ਘੱਟ ਇੰਪੋਰਟੈਂਟ ਐਂਟੀਟੀ ਵਾਲਿਆਂ ਲਈ, ਪਰ ਨੀਡ ਰਿਡਕਸ਼ਨ ਥਿਊਰੀ, ਠੀਕ ਹੈ, ਜਾਂ ਡਰਾਈਵ ਰਿਡਕਸ਼ਨ ਥਿਊਰੀ ਆਖ ਦਿੰਦੇ ਆ। ਤਾਂ ਇਹ ਕੀ ਸੀ? ਇਹਦੇ ਅਕੋਰਡਿੰਗ ਕੀ ਆ? ਜਿਵੇਂ ਜਿਵੇਂ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਜਾਂਦੀਆਂ, ਸਾਡੀ ਜਿਹੜੀ ਨੀਡ ਹੈਗੀ ਆ ਸੰਤੁਸ਼ਟ ਹੁੰਦੀ ਜਾਂਦੀ ਆ, ਤਾਂ ਉਹਦੇ ਨਾਲ ਰਿਲੇਟ ਕਰਦੀ ਹੈਗੀ ਆ ਹੱਲ ਦੀ ਥਿਊਰੀ। ਘੱਟ ਇੰਪੋਰਟੈਂਟ ਆ ਤੁਹਾਡੇ ਲਈ ਸਕਿਨਰ, ਪੈਵਲਵ, ਥੋਰਨਡਾਈਕ, ਕੋਲਰ, ਬੰਡੂਰਾ, ਪਿਆਜੇ, ਵਾਈਗੋਸਕੀ, ਇਹ ਥਿਊਰੀਆਂ ਹੀ ਇੰਪੋਰਟੈਂਟ ਨੇ, ਇਹਨਾਂ ਨੂੰ ਰੀਡ ਕਰੋ। ਦੈਨ ਹੈਗਾ ਬੱਚਿਆਂ ਨੂੰ ਸਹੀ ਵਿਵਹਾਰ ਦੇ ਲਈ ਟ੍ਰੇਨਿੰਗ ਦੇਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ? ਤੁਸੀਂ ਇੱਕ ਬੱਚੇ ਦੇ ਵਿੱਚ ਚੰਗਾ ਵਿਵਹਾਰ ਕ੍ਰੀਏਟ ਕਰਨਾ, ਤਾਂ ਕਹਿੰਦੇ ਸਭ ਤੋਂ ਜ਼ਿਆਦਾ ਜ਼ਰੂਰੀ, ਸਭ ਤੋਂ, ਜਿੱਥੇ ਵਰਡ ਆ ਜੇ ਨਾ ਸਭ ਤੋਂ, ਇਹਦਾ ਮਤਲਬ ਸਾਰੀਆਂ ਚੀਜ਼ਾਂ ਸਹੀ ਨੇ, ਪਰ ਇੱਕ ਚੀਜ਼ ਆ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਊਗੀ, ਤੁਸੀਂ ਉਹ ਇੱਕ ਟਿਕ ਕਰਨੀ ਆ। ਤਾਂ ਸਾਡੇ ਕੋਲ ਹੈ ਤਾਰੀਫ ਨਾਲ ਬੱਚੇ ਦਾ ਵਿਵਹਾਰ ਸਹੀ ਹੁੰਦਾ, ਬਿਲਕੁਲ, ਹਨਾ। ਰਿਵਾਰਡ ਦੇ ਨਾਲ ਹੁੰਦਾ, ਬਿਲਕੁਲ। ਸਜ਼ਾ ਵਰਡ ਨੂੰ ਤੁਸੀਂ ਐਜੂਕੇਸ਼ਨ ਦੇ ਵਿੱਚ ਐਡ ਨਹੀਂ ਕਰ ਸਕਦੇ। ਪਨਿਸ਼ਮੈਂਟ ਕਦੇ ਵੀ ਤੁਹਾਡੀ ਐਜੂਕੇਸ਼ਨ 'ਚ ਐਡ ਨਹੀਂ ਹੋਊਗੀ, ਕਿਉਂਕਿ ਸਾਡੀ ਐਜੂਕੇਸ਼ਨ ਮਾਡਰਨ ਐਜੂਕੇਸ਼ਨ ਆ, ਚਾਈਲਡ ਸੈਂਟਰ ਐਜੂਕੇਸ਼ਨ ਆ, ਜਿਸ 'ਚ ਬੱਚਾ ਸੈਂਟਰ 'ਚ, ਇਸ ਕਰਕੇ ਪਨਿਸ਼ਮੈਂਟ, ਕੁੱਟਣਾ, ਮਾਰਨਾ, ਇਹ ਚੀਜ਼ ਤੁਹਾਡੀ ਟੀਚਿੰਗ ਦਾ ਹਿੱਸਾ ਕਦੇ ਨਹੀਂ ਹੋ ਸਕਦੀ। ਠੀਕ ਹੈ ਜੀ। ਤਾਂ ਸਾਡੇ ਕੋਲ ਇੱਥੇ ਜਿਹੜਾ ਆਪਸ਼ਨ ਹੈਗਾ, ਬੱਚਿਆਂ ਦੇ ਵਿਵਹਾਰ ਨੂੰ ਸਹੀ ਟ੍ਰੇਨਿੰਗ ਤੁਸੀਂ ਕਾਹਦੇ ਰਾਹੀਂ ਦੇ ਸਕਦੇ ਆ? ਸਹੀ ਵਿਵਹਾਰ ਦੀ ਪੇਸ਼ਕਾਰੀ। ਜਿਵੇਂ ਦਾ ਵਿਵਹਾਰ ਤੁਸੀਂ ਕਰੋਗੇ, ਜਿਵੇਂ ਦੀ ਡੈਮੋਸਟ੍ਰੇਸ਼ਨ ਤੁਸੀਂ ਬੱਚੇ ਨੂੰ ਦਓਗੇ, ਬੱਚਾ ਬਿਲਕੁਲ ਉਹੋ ਜਿਹਾ ਵਿਵਹਾਰ ਹੀ ਸਿੱਖੂਗਾ। ਨੈਕਸਟ ਹੈ ਆਪਣੇ ਕੋਲ ਲਾਸਟ ਕੁਐਸਚਨ, ਸਕਿਨਰ ਬਾਕਸ ਦੀ ਵਰਤੋਂ ਕਿਹਨੇ ਕੀਤੀ ਆ? ਸਕਿਨਰ ਦੇ ਨਾਮ ਤੋਂ ਹੀ ਕਲੀਅਰ ਆ, ਹਨਾ ਜੀ। ਤਾਂ ਸਕਿਨਰ
ਜਿਹੜੀ ਹੈਗੀ ਆ ਸਕਿਨਰ ਬਾਕਸ ਦੀ ਵਰਤੋਂ ਕਿਸ ਦੇ ਲਈ ਕੀਤੀ ਗਈ ਸੀ? ਸਭ ਤੋਂ ਪਹਿਲਾਂ ਤਾਂ ਇਹ ਵਰਤੋਂ ਕਿਹਨੇ ਕੀਤੀ ਸੀ? ਸਕਿਨਰ ਨੇ ਕੀਤੀ ਸੀਗੀ। ਕਾਹਦੇ ਲਈ ਕੀਤੀ ਸੀਗੀ? ਐਕਸਪੈਰੀਮੈਂਟ ਕਰਨ ਦੇ ਲਈ, ਆਪਦੀ ਇੱਕ ਥਿਊਰੀ ਦੇਣ ਲਈ। ਥਿਊਰੀ ਦਾ ਨਾਮ ਕੀ ਹੈਗਾ ਜੀ? ਆਪਰੇਂਟ ਕੰਡੀਸ਼ਨਿੰਗ ਥਿਊਰੀ, ਆਰ ਟਾਈਪ ਥਿਊਰੀ ਔਰ ਰੀਇਨਫੋਰਸਮੈਂਟ ਥਿਊਰੀ। ਠੀਕ ਹੈ ਜੀ। ਤਾਂ ਜਿਹੜੀ ਥਿਊਰੀ ਮੈਂ ਨਾਮ ਆਲਰੇਡੀ ਲੈਤਾ ਕਿ ਇਹਦੀ ਵਰਤੋਂ ਕਿਹਦੇ ਲਈ ਕੀਤੀ ਗਈ ਹੈਗੀ ਆ? ਆਪਰੇਂਟ ਕੰਡੀਸ਼ਨਿੰਗ ਦੇ ਲਈ। ਠੀਕ ਹੈ, ਮਤਲਬ ਜਿਹੜਾ ਇੱਕ ਵਲੰਟੀਅਰ ਬਿਹੇਵੀਅਰ, ਆਪਰੇਂਟ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ। ਆਪਰੇਂਟ ਕੀ ਹੁੰਦਾ? ਇੱਕ ਵਲੰਟਰੀ ਬਿਹੇਵੀਅਰ, ਜਿਹੜਾ ਬੱਚਾ ਤੁਹਾਡੇ ਕੋਲ ਲੈ ਕੇ ਆਊਗਾ, ਜੇ ਉਹ ਬਿਹੇਵੀਅਰ ਸਹੀ ਆ ਤਾਂ ਤੁਸੀਂ ਉਹਨੂੰ ਪੱਕਾ ਕਰ ਦੋਗੇ ਰੀਇਨਫੋਰਸਮੈਂਟ ਦੇ ਕੇ। ਜੇ ਉਹ ਬਿਹੇਵੀਅਰ ਗਲਤ ਆ ਤਾਂ ਤੁਸੀਂ ਉਹ ਬਿਹੇਵੀਅਰ ਨੂੰ ਖਤਮ ਕਰੋਗੇ ਰੀਇਨਫੋਰਸਮੈਂਟ ਦੇ ਕੇ। ਮਤਲਬ ਰੀਇਨਫੋਰਸਮੈਂਟ ਹੀ ਆ ਜਿਹੜੇ ਤੁਹਾਡੇ ਬਿਹੇਵੀਅਰ ਨੂੰ ਕ੍ਰੀਏਟ ਕਰਦੀ ਆ ਸਕਿਨਰ ਦੇ ਅਕੋਰਡਿੰਗ, ਤੇ ਰੀਇਨਫੋਰਸਮੈਂਟ ਹੀ ਆ ਜਿਹੜੇ ਤੁਹਾਡੇ ਕਿਸੇ ਗਲਤ ਹੈਬਿਟ ਨੂੰ ਖਤਮ ਕਰਕੇ ਨਵੀਂ ਚੰਗੀ ਹੈਬਿਟ ਕ੍ਰੀਏਟ ਕਰ ਸਕਦੀ ਹੈ ਤੁਹਾਡੇ ਕਿਸੇ ਬੱਚੇ ਦੇ ਵਿੱਚ। ਠੀਕ ਹੈ ਜੀ। ਤੇ ਇਹੀ ਕੀ ਚੀਜ਼ ਹੈਗੀ ਆ? ਕੰਡੀਸ਼ਨਿੰਗ। ਤਾਂ ਸਕਿਨਰ ਬਾਕਸ ਦੀ ਵਰਤੋਂ ਕਿਹਨੇ ਕੀਤੀ ਹੈਗੀ ਆ? ਸਕਿਨਰ ਨੇ ਆਪਣੀ ਥਿਊਰੀ ਆਪਰੇਂਟ ਕੰਡੀਸ਼ਨਿੰਗ ਦੇ ਵਿੱਚ। ਠੀਕ ਹੈ ਜੀ। ਥੈਂਕ ਯੂ ਸੋ ਮਚ ਇਸ ਕਲਾਸ ਨੂੰ ਜੁਆਇਨ ਕਰਨ ਦੇ ਲਈ। ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਹੈਲਪਫੁਲ ਹੋ ਰਹੀਆਂ ਨੇ ਤਾਂ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਮੋਟੀਵੇਟਡ ਰਹੋ, ਤਾਂ ਕਿ ਤੁਸੀਂ ਇੱਕ ਚੰਗਾ ਰਿਜ਼ਲਟ ਲੈ ਸਕੋ। ਉਹ ਸਾਡੇ ਲਈ ਵੀ ਮੋਟੀਵੇਸ਼ਨ ਆ ਤੇ ਤੁਹਾਡੇ ਲਈ ਵੀ ਮੋਟੀਵੇਸ਼ਨ ਆ। ਥੈਂਕ ਯੂ ਸੋ ਮਚ।